ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੂ ਕੋਈ। माटी का क्या धोपै स्वामी, मानस की गत ही। तो सोना नाथ अनाथ नामो सरू, तो सोना दानी नामो सो भिखारी। मोसो ना दीन दयाल ना तो सरू, मोसो अज्ञानी ना तो सो बिचारी। मोसो ना पतित पावन ना तो सरू, मोसो बिकारी ना तो सो पुकारी। मोरे है अवगुण तू गुण सागर, जात रसातल ओट तिहारी। धन वाहिगुरु साहिब जी। पतित उद्धारन भै हरन, हरे अनाथ के नाथ। कहो नानक तह जानिए, सदा बस्त तुम साथ। पतित उद्धारन भय हरन, हरे अनाथ के नाथ। कहो नानक तह जानिए, सदा बस्त तुम साथ। ਗਿਆਨ ਦੇ ਮੁਜਸ਼ਮੇ ਸ਼ਬਦ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਦਰਬਾਰ ਦੇ ਵਿੱਚ ਜੁੜ ਬੈਠੇ ਸਤਿਕਾਰੇ ਸਤਸੰਗੀ ਜਨੋ, ਗੁਰੂ ਮਹਾਰਾਜ ਜੀ ਨੇ ਸਾਨੂੰ ਸਭਨਾਂ ਨੂੰ ਉਦਮ ਬਖਸ਼ਿਸ਼ ਕੀਤਾ ਹੈ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਨ ਹੋ ਕੇ ਗੁਰਬਾਣੀ ਪਾਠ ਅਤੇ ਕੀਰਤਨ ਦੇ ਨਾਲ ਸਾਂਝ ਪਾ ਰਹੇ ਸਾਂ। ਸਤਿਕਾਰਯੋਗ ਹਜ਼ੂਰੀ ਜਥੇ ਨੇ ਬੜੇ ਪਿਆਰ ਮਧੁਰ ਆਵਾਜ਼ ਦੇ ਵਿੱਚ ਗੁਰਬਾਣੀ ਸ਼ਬਦ ਕੀਰਤਨ ਗਾਇਨ ਕੀਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਬਚਨ ਜੋ ਸ਼ਲੋਕ ਰੂਪ ਦੇ ਵਿੱਚ ਵਿਚਾਰਨ ਦਾ ਯਤਨ ਕਰਦੇ ਆ ਰਹੇ ਹਾਂ। ਆਓ ਅੱਜ 6ਵਾਂ ਨੰਬਰ ਸ਼ਲੋਕ ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਇਸ ਦੀ ਵਿਚਾਰ ਗੁਰੂ ਰਹਿਮਤ ਦੇ ਨਾਲ ਸਾਂਝੀ ਕਰ ਸਕੀਏ। ਗੁਰੂਦੇਵ ਗੁਰੂ ਕਲਗੀਧਰ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁਬਾਰਕ ਸ਼ਲੋਕ ਦੇ ਵਿੱਚ ਆਰੰਭਤਾ ਦੇ ਵਿੱਚ ਸ਼ਬਦ ਵਰਤਿਆ, ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਕਹੋ ਨਾਨਕ ਤਹ ਜਾਨੀਐ, ਸਦਾ ਬਸਤ ਤੁਮ ਸਾਥ। ਪਤਿਤ ਸ਼ਬਦ ਸਿੱਖੀ ਦੇ ਵਿੱਚ ਵੀ ਬੜਾ ਮਕਬੂਲ ਹੈ। ਅਸੀਂ ਆਪ ਵੀ ਕਹਿ ਦਿੰਦੇ ਹਾਂ ਫਲਾਣਾ ਪਤਿਤ ਹੈ। ਪਤਿਤ ਤੋਂ ਭਾਵ ਕੀ ਹੁੰਦਾ ਹੈ? ਸਾਨੂੰ ਕਈ ਵਾਰੀ ਇਉਂ ਲੱਗਦਾ ਹੈ ਕਿ ਜਿਹੜਾ ਪਹਿਲਾਂ ਕੇਸ ਰੱਖਦਾ ਸੀ ਹੁਣ ਉਹਨੇ ਨਹੀਂ ਰੱਖੇ ਹੋਏ, ਕੇਸ ਕਟਾ ਦਿੱਤੇ, ਉਹ ਪਤਿਤ ਹੋ ਗਿਆ। ਪਤਿਤ ਦਾ ਮਾਇਨਾ ਹੁੰਦਾ ਡਿੱਗਣਾ, ਕਿਸੇ ਥਾਂ ਤੋਂ ਡਿੱਗ ਪੈਣਾ, ਜੋ ਇਹਦੇ ਅੱਖਰੀ ਅਰਥ ਹਨ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦੇ ਅਰਥ ਦਿੱਤੇ ਨੇ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਵੀ। ਇੱਕ ਪਦੇ ਦੇ ਵਿੱਚ ਮਹਾਰਾਜ ਕਹਿੰਦੇ ਨੇ
कि जदों बंदा ये फैसला करता है कि चंगे गुणां नूं छड्ड के अवगुणां दी चोण करन लग पे, रतन त्याग कौडी संगरच है। रतन उत्थे गुणां नूं आखे, रतन त्याग कौडी संगरच है। साच छोड़ झूठ संग मचै, जो छड्डना सो अस्थिर कर मानै, जो होवन सो दूर परन है। छोड़ जाए तिसका श्रम करे, श्रम कहते ने ਉਹਦੇ ਲਈ उद्यम करदा है, मेहनत करदा है, ਜਿਹੜੀ चीज़ छाड़ी जानी है। छोड़ जाए तिसका श्रम करे, संग सहाई सो पर हरै। पर हरै ਦਾ ਅਰਥ ਹੈ दूर करदा है। जो सहायक है ਉਹਨੂੰ दूर रखी रखदा है। छोड़ जाए तिसका श्रम करे, संग सहाई तिस पर हरै। चंदन लेप उतारे धोए, गर्दब प्रीत भसम संग होए। ਹੁਣ ਗਧੇ ਨੂੰ ਕੋਈ ਨਵਾਏ ਧੋਏ, ਚੰਦਨ ਲੱਦੇ, ਪਰ ਉਹ ਜਦੋਂ ਤੱਕ ਸਵਾਦ ਦੇ ਵਿੱਚ ਮਿੱਟੀ ਦੇ ਵਿੱਚ ਲੇਟੀਆਂ ਨਹੀਂ ਮਾਰ ਲੈਂਦਾ, ਉਹਦੇ 'ਚ ਪਲਟੀਆਂ ਨਹੀਂ ਮਾਰ ਲੈਂਦਾ, ਉਹਨੂੰ ਉਦੋਂ ਤੱਕ ਸੰਤੁਸ਼ਟੀ ਨਹੀਂ ਹੁੰਦੀ। ਚੰਦਨ ਲੇਪ ਉਤਾਰਿਆ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਮਹਾਰਾਜ ਕਹਿੰਦੇ ਨੇ ਅੰਧ ਕੂਪ ਮੈਂ ਪਤਿਤ। ਕੂਪ ਦਾ ਅਰਥ ਹੁੰਦਾ ਖੂਹ। ਹਨੇਰ ਭਰੇ ਖੂਹ ਦੇ ਵਿੱਚ ਬੰਦਾ ਡਿੱਗ ਪਿਆ ਜਾ ਕੇ। ਪਤਿਤ ਦਾ ਅਰਥ ਡਿੱਗ ਪੈਣਾ। ਅੰਧ ਕੂਪ ਮੈਂ ਪਤਿਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਦਇਆਲ। ਹੇ ਦਇਆ ਦੇ ਘਰ, ਇਸ ਬੰਦੇ ਨੂੰ ਕੱਢ ਤੁਸੀਂ ਹੀ ਸਕਦੇ ਹੋ, ਕਿਉਂਕਿ ਇਹ ਫੈਸਲਾ ਨਹੀਂ ਕਰ ਪਾ ਰਿਹਾ, ਚੋਣ ਨਹੀਂ ਕਰ ਪਾਉਂਦਾ, ਠੀਕ ਡਿਸੀਜ਼ਨ ਨਹੀਂ ਲੈ ਪਾਉਂਦਾ। ਇਹਦੇ ਹਮੇਸ਼ਾ ਡਿਸੀਜ਼ਨ ਜਿਹੜੇ ਨੇ ਉਹ ਸਵਾਰਥ ਦੇ ਵਿੱਚੋਂ ਹੀ ਨਿਕਲਦੇ ਨੇ। ਚੰਗਿਆਈ ਨੂੰ ਛੱਡ ਦਿੰਦਾ ਹੈ, ਜਿਹੜੀ ਚੀਜ਼ ਅਪਣਾਉਣ ਵਾਲੀ ਉਧਰ ਜਾਂਦਾ ਹੀ ਨਹੀਂ ਹੈ। ਜਿਵੇਂ ਗੌੜੀ ਗੁਆਰਰੀ ਰਾਗ ਦੇ ਵਿੱਚ ਤਕਰੀਬਨ 185 ਅੰਕ ਤੇ ਪਾਵਨ ਸ਼ਬਦ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦਾ। ਜੋ ਪਰਾਇਓ ਸੋਈ ਆਪਣਾ, ਜੋ ਤਜ ਛੋਡਨ ਤੇ ਸਿਉ ਮਨ ਰਚਨਾ, ਕਹੋ ਗੁਸਾਈ ਮਿਲੀਏ ਕੇ। ਰੱਬ ਜੀ ਮਿਲੀਏ ਤੇ ਮਿਲੀਏ ਵੀ ਕਿੱਦਾਂ? ਜੋ ਵਿਵਰਜਿਤ ਤੇ ਸਿਉ ਨੇਹ। ਜਿਹੜੀ ਚੀਜ਼ ਵਿਵਰਜਿਤ ਹੈ, ਮਨਾ ਹੈ, ਉਹਦੇ ਨਾਲ ਸਾਡਾ ਲਗਾਵ ਹੈ। ਝੂਠ ਬਾਦਸ਼ਾਹ ਸੱਚ ਕਰ ਜਾਤੀ, ਸਤ ਹੋਵਨ ਮਨ ਲਗੇ ਨਾ ਰਾਤੀ। ਬਾਵੇ ਮਾਰਗ ਟੇਢਾ ਚਲਣਾ, ਸਿੱਧਾ ਛੋੜ ਪੁੱਠਾ ਬੁਲਣਾ। ਫੈਸਲੇ ਗਲਤ ਲੈ ਪੈਂਦਾ। ਸੋ ਪਤਿਤ ਦਾ ਅਰਥ ਹੈ ਕਿਸੇ ਥਾਂ ਤੋਂ, ਮੁਕਾਮ ਤੋਂ ਡਿੱਗਣਾ, ਹੇਠਾਂ ਨੂੰ ਆ ਜਾਣਾ। ਜਦੋਂ ਬੰਦਾ ਇਨਸਾਨੀਅਤ ਤੋਂ ਡਿੱਗ ਪਵੇ, ਇਨਸਾਨੀ ਕਦਰਾਂ ਕੀਮਤਾਂ ਤੋਂ ਡਿੱਗ ਪਵੇ, ਇਖਲਾਕ ਤੋਂ, ਆਚਰਣ ਤੋਂ, ਕਰੈਕਟਰ ਤੋਂ ਡਿੱਗ ਪਏ, ਉਹਨੂੰ ਬਾਣੀ ਨੇ ਅਰਥ ਦਿੱਤੇ ਨੇ ਪਤਿਤ। ਇਹ ਪਤਿਤ ਹੋ ਗਿਆ। ਕਈ ਵਾਰੀ ਇੱਦਾਂ ਵੀ ਹੁੰਦਾ, ਖਿਮਾ ਕਰਿਓ, ਕਿ ਮੇਰੇ ਵਰਗਾ ਸਰੂਪ ਦੇ ਵਿੱਚ ਵੀ ਹੋਏਗਾ, ਕਕਾਰਾਂ ਦੇ ਵਿੱਚ ਵੀ ਹੋਏਗਾ। ਆਮ ਲੋਕ ਕਹਿਣਗੇ ਨਹੀਂ ਵੀ ਇਹ ਪਤਿਤ ਹੈ, ਪਰ ਮਹਾਰਾਜ ਕਹਿੰਦੇ ਨੇ ਉਹਦਾ ਜਿਹੜਾ ਇਖਲਾਕ ਹੈ ਨਾ, ਉਹਦਾ ਜਿਹੜਾ ਕਰੈਕਟਰ ਹੈ, ਅਗਰ ਉਹ ਆਚਰਣ ਪੱਖੋਂ ਆਚਰਣਹੀਣ ਹੋਇਆ ਪਿਆ, ਤੇ ਭਾਵੇਂ ਉਹਦੇ ਸਿਰ ਤੇ ਸਦੀ ਹੋਈ ਦਸਤਾਰ ਤੇ ਸੋਨੇ ਦਾ ਖੰਡਾ ਕਿਉਂ ਨਾ ਲੱਗਾ ਹੋਵੇ, ਗੁਰੂ ਦੀ ਨਿਗਾਹ ਦੇ ਵਿੱਚ ਤੇ ਉਹ ਪਤਿਤ ਹੀ ਹੈ। ਪਤਿਤ ਦੀ ਪਰਿਭਾਸ਼ਾ ਹੀ ਹੈ, ਕਿਉਂਕਿ ਗੁਰੂ ਡਰੈਸ ਕੋਟ ਵੇਖ ਕੇ ਉਹਨੂੰ ਮਾਫ ਨਹੀਂ ਕਰ ਸਕਦੇ, ਉਹਦਾ ਲਿਬਾਸ ਵੇਖ ਕੇ ਗੁਰੂ ਪ੍ਰਵਾਨ ਨਹੀਂ ਕਰ ਸਕਦੇ। ਕੱਲੀ ਗੱਲ ਲਿਬਾਸ ਤੇ ਨਹੀਂ ਖੜੀ ਕਿ ਕੋਈ ਗੁਰਮੁਖ ਹੈ ਜਾਂ ਮਨਮੁਖ ਹੈ, ਪਤਿਤ ਹੈ ਜਾਂ ਪਾਵਨ ਹੈ। ਮਹਾਰਾਜ ਨੇ ਇਸੇ ਕਰਕੇ ਬਾਣੀ ਚ ਆਖਿਆ, ਸੱਚੋਂ ਉਰੈ ਸਭ ਕੋ। ਸੱਚ ਏਡਾ ਕੀਮਤੀ ਹੈ ਕਿ ਉਸ ਤੋਂ ਉਰਾਂ ਸਭ ਕੁਝ ਰਹਿ ਜਾਂਦਾ। ਸੱਚੋਂ ਉਰੈ ਸਭ ਕੋ, ਪਰ ਕੋਈ ਚੀਜ਼ ਸੱਚ ਤੋਂ ਵੀ ਉੱਪਰ ਹੈ। ਤੇ ਮਹਾਰਾਜ ਕਹਿੰਦੇ ਨੇ ਹਾਂ, ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ। ਸੱਚ ਨੂੰ ਜਿਉਣਾ ਸੱਚ ਤੋਂ ਵੀ ਵੱਡੀ ਗੱਲ ਹੈ। ਆਪਣੇ ਆਪ ਦੇ ਵਿੱਚ ਤਾਂ ਸੱਚ ਹੈ ਹੀ ਚੰਗਾ, ਪਰ ਸੱਚ ਨੂੰ ਹੰਢਾਉਣ ਵਾਲਾ ਉਹਦੇ ਤੋਂ ਵੀ ਚੰਗਾ ਹੈ, ਕਿਉਂਕਿ ਉਹ ਸੱਚ ਨੂੰ ਹੰਢਾ ਗਿਆ, ਸੱਚ ਨੂੰ ਜੀ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੱਚ ਤੋਂ ਉੱਤੀ ਚੀਜ਼ ਬਣਦੀ ਹੈ ਆਚਾਰ। ਆਚਾਰ ਦਾ ਅਰਥ ਹੁੰਦਾ ਕਰੈਕਟਰ, ਆਚਰਣ, ਇਖਲਾਕ। ਔਰ ਉਸ ਇਖਲਾਕ ਤੋਂ, ਆਚਰਣ ਤੋਂ ਜਿਹੜਾ ਬੰਦਾ ਡਿੱਗ ਹੀ ਜਾਏ, ਮਹਾਰਾਜ ਕਹਿੰਦੇ ਨੇ ਉਹ ਪਤਿਤ ਹੈ, ਡਿੱਗਾ ਹੈ। ਸੋ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਪਤਿਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ। ਇਹ ਅਕਾਲ ਪੁਰਖ ਜੀ, ਜਦੋਂ ਤੁਸੀਂ ਆਪਣੇ ਵੱਲ ਵੇਖਦੇ ਹੋ ਉਦੋਂ ਤੇ ਡਰ ਆਉਂਦਾ ਕਿ ਅਸੀਂ ਕਿਤੇ ਨਾ ਕਿਤੇ ਕਿਸੇ ਪੱਖੋਂ ਡਿੱਗੇ ਹੋਏ ਹਾਂ। ਅਸੀਂ ਅਵਗੁਣਾਂ ਦੇ ਖੱਡ ਦੇ ਵਿੱਚ ਡਿੱਗੇ ਹਾਂ, ਅਸੀਂ ਵਿਕਾਰਾਂ 'ਚ ਡਿੱਗੇ ਪਏ ਹਾਂ, ਗੁਨਾਹਾਂ ਦੇ ਦਲਦਲ ਵਿੱਚ ਡਿੱਗੇ ਪਏ ਹਾਂ।
ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਹੁਣ ਧਿਆਨ ਦਿਓ ਜੇ ਸ਼ਬਦ ਵੱਲ, ਸ਼ਲੋਕ ਵੱਲ, ਕਿ ਪਤਿਤ ਉਦਾਹਰਣ ਕਿੱਦਾਂ ਹੁੰਦਾ ਹੈ। ਹੁਣ ਜੇ ਅਗਰ ਸਮਾਜ ਵਿੱਚ ਨਿਗਾਹ ਮਾਰੀ ਜਾਏ, ਪੜਚੋਲ ਕੀਤੀ ਜਾਏ, ਸਰਵੇ ਕੀਤਾ ਜਾਏ, ਸਰਵੇਖਣ ਹੋਵੇ, ਤੇ 1000 ਵਿੱਚੋਂ ਤਕਰੀਬਨ 900 ਤੋਂ ਵਧੇਰੇ ਬੰਦੇ ਉਹ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਪੱਖ ਤੋਂ ਡਿੱਗੇ ਨਜ਼ਰ ਆ ਸਕਦੇ ਨੇ। ਰੂਹ ਬਦਲਿਆ ਹੋ ਸਕਦਾ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ ਅਸੰਖ ਮੂਰਖ ਅੰਧ ਘੋਰ, ਅਸੰਖ ਮੂਰਖ ਅੰਧ ਘੋਰ। ਅਸੰਖ ਲਫ਼ਜ਼ ਕਿਉਂ ਵਰਤਿਆ, ਜਿਹੜਾ ਗਿਣਤੀ 'ਚ ਹੀ ਨਹੀਂ ਹੈਗਾ। ਗਿਣਤੀ ਕਰ ਹੀ ਨਹੀਂ ਸਕਦੇ ਜਦੋਂ ਪੜਚੋਲ ਕਰਨ ਤੁਰ ਪਏ। ਪਰ ਪਤਿਤ ਦਾ ਉਧਾਰ ਉਦੋਂ ਹੁੰਦਾ ਜਦੋਂ ਪਤਿਤ ਇਹ ਮੰਨ ਜਾਏ ਕਿ ਮੈਂ ਪਤਿਤ ਹਾਂ, ਉਦੋਂ ਉਹਦਾ ਉਧਾਰ ਹੋਣਾ ਸ਼ੁਰੂ ਹੋ ਜਾਂਦਾ। ਜਿਹੜਾ ਡਿੱਗ ਕੇ ਵੀ ਨਾ ਮੰਨੇ ਕਿ ਮੈਂ ਨਹੀਂ ਡਿੱਗਿਆ ਹੋਇਆ, ਤੇ ਫਰਕ ਕੋਈ ਨਹੀਂ ਪੈਣਾ, ਕਿਉਂਕਿ ਉਹਨੇ ਕਬੂਲ ਹੀ ਨਾ ਕੀਤਾ। ਤੇ ਉਧਾਰ ਹੋ ਵੀ ਨਹੀਂ ਸਕਦਾ। ਉਧਾਰ ਕਰਨ ਵਾਲਾ ਕਰੇਗਾ ਵੀ ਕਿੱਦਾਂ? ਖਿਮਾ ਕਰਿਓ, ਉੱਥੇ ਗੁਰੂ ਵੀ ਕੀ ਕਰੇਗਾ। ਸਾਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾਂ ਮੇ ਚੂਕ, ਅੰਧੇ ਇੱਕ ਨਾ ਲਾਗੀ, ਜੋ ਬਾਸ ਬਜਾਈਆਂ ਫੂਕ। ਹੁਣ ਪ੍ਰਿਥੀ ਚੰਦ ਹੈ ਤੇ ਬੜੇ ਚੰਗੇ ਸਨ, ਚੰਗੇ ਪ੍ਰਬੰਧਕ ਸਨ, ਪ੍ਰਬੰਧ ਸੰਭਾਲਦੇ ਨੇ, ਸੇਵਾ ਕਰਦੇ ਨੇ। ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਲਾਈਆਂ। ਪਰ ਜਦੋਂ ਉਹ ਸਿੱਖੀ ਅਸੂਲਾਂ ਤੋਂ ਡਿੱਗ ਪਏ, ਸਿਧਾਂਤ ਤੋਂ ਡਿੱਗ ਪਏ, ਗੁਰੂ ਵੱਲੋਂ ਦਿੱਤੀ ਜ਼ਿੰਮੇਵਾਰੀ ਤੋਂ, ਇਖਲਾਕ ਤੋਂ ਡਿੱਗੇ, ਤੇ ਉਹਦੇ ਬਾਅਦ ਕਿਵੇਂ ਪ੍ਰਵਾਨ ਚੜ ਜਾਏ? ਗੁਰੂ ਕਿਵੇਂ ਸਮਝਾ ਲਏਗਾ ਅਗਲੇ ਨੂੰ ਜਦੋਂ ਅਗਲਾ ਮੰਨਣ ਨੂੰ ਤਿਆਰ ਨਹੀਂ ਕਿ ਮੇਰੇ 'ਚ ਗਲਤੀ ਹੈ? ਜਦੋਂ ਤੱਕ ਕੋਈ ਕਬੂਲ ਨਾ ਕਰੇ। ਭੱਟ ਜੀ ਦਾ ਸਵਈਆ ਕਹਿੰਦਾ ਕਿ ਅਵਗੁਣ ਆਉਣੇ ਇੱਕ ਨੋਰਮਲ ਗੱਲ ਹੈ, ਇੱਕ ਪ੍ਰਕਿਰਿਆ ਦੇ ਵਿੱਚੋਂ ਬੰਦਾ ਗੁਜ਼ਰਦਾ ਹੈ, ਤੇ ਅਵਗੁਣ ਆ ਸਕਦੇ ਨੇ। ਬੰਦਾ ਭੁੱਲ ਕਰ ਸਕਦਾ ਹੈ। ਭੁੱਲ ਕੇਵਲ ਕਰਤਾ ਹੀ ਹੈ, ਗੁਰੂ ਹੀ ਹੈ। ਬਾਕੀ ਤਾਂ ਅਸੀਂ ਸਾਰੇ ਭੁੱਲ ਕਰ ਸਕਦੇ ਹਾਂ। ਭੁੱਲਣ ਅੰਦਰ ਸਭ ਕੋ, ਅਸੀਂ ਸਾਰੇ ਭੁੱਲ ਕਰ ਸਕਦੇ ਹਾਂ। ਪਰ ਭੁੱਲ ਕਰਨ ਦੇ ਬਾਅਦ ਕੋਈ ਬੰਦਾ ਇਹ ਗੱਲ ਕਹਿ ਦੇ ਨਾ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਇਹ ਗੱਲ ਹੈ ਕਬੂਲ ਕਰਨਾ, ਮੰਨ ਜਾਣਾ ਕਰਕੇ। ਭਾਵੇਂ ਕਿ ਭੱਟ ਸਾਹਿਬਾਨਾਂ ਦੇ ਇਹੋ ਜਿਹੇ ਜੀਵਨ ਨਹੀਂ ਸਨ, ਉਹ ਤਾਂ ਬੜੇ ਚੰਗੇਰੇ ਤੇ ਉੱਚ ਇਖਲਾਕ ਵਾਲੇ ਸਨ, ਪਰ ਉਹਨਾਂ ਨੇ ਕਲਮ ਚਲਾ ਕੇ ਗੱਲ ਸਾਬਤ ਕੀਤੀ ਕਿ ਬਾਣੀ ਨੂੰ ਸ਼ੀਸ਼ੇ ਦੇ ਵਾਂਗਰ ਵੇਖੋ। ਜਿਵੇਂ ਆਪਣੇ ਆਪ ਨੂੰ ਸਵਾਰਨਾ ਹੋਵੇ ਨਾ, ਤੇ ਸ਼ੀਸ਼ਾ ਦੇਖੋ। ਹੁਣ ਤੁਸੀਂ ਵੇਖੋ, ਅਸੀਂ ਤਿਆਰ ਹੋਣਾ ਹੋਵੇ, ਕਿਤੇ ਪਾਰਟੀ 'ਚ ਜਾਣਾ ਹੈ, ਕਿਤੇ ਤਿਆਰ ਹੋ ਕੇ ਜਾਣਾ ਹੈ, ਅਸੀਂ ਜਿੰਨੀ ਮਰਜ਼ੀ ਸੋਹਣੀ ਪੱਗ ਬੰਨ ਲਈਏ, ਕੱਪੜੇ ਪਾ ਲਈਏ, ਪਰ ਜਦੋਂ ਤੱਕ ਅਸੀਂ ਸ਼ੀਸ਼ਾ ਨਹੀਂ ਵੇਖ ਲੈਂਦੇ, ਆਲੇ ਦੁਆਲੇ ਦਾ ਘਰ ਦਾ ਵੀ ਕਹੇ ਬੜਾ ਵਧੀਆ ਜੀ, ਠੀਕ ਲੱਗਦਾ, ਪਰ ਬੰਦਾ ਜਦੋਂ ਤੱਕ ਸ਼ੀਸ਼ੇ 'ਚ ਆਪਣਾ ਆਪਾਂ ਨਹੀਂ ਵੇਖ ਲੈਂਦਾ, ਉਹਦਾ ਰਜੇਵਾਂ ਨਹੀਂ ਹੁੰਦਾ, ਮਨ ਸਹਿਮਤ ਨਹੀਂ ਹੁੰਦਾ। ਕਿਤੇ ਕਮੀ ਤਾਂ ਨਹੀਂ ਕਿਤੇ ਕੋਈ। ਨਾਮਦੇਵ ਸਾਹਿਬ ਨੇ ਆਖਿਆ, ਕਹਿੰਦੇ ਰੱਬ ਵੀ ਇਦਾਂ ਦਾ ਹੀ ਹੈ। ਕਹਿੰਦੇ ਪਾਣੀ ਮਾਹੇ ਮੁਖ ਦੇਖ ਜੈਸਾ, ਨਾਮੇ ਕਾ ਸੁਆਮੀ ਬੀਠੁਲ ਐਸਾ। ਪਾਣੀ ਦੇ ਵਿੱਚ ਤੁਸੀਂ ਆਪਣਾ ਆਪਾ ਵੇਖੋ। ਪੁਰਾਤਨ ਸਮੇਂ 'ਚ ਲੋਕ ਪਾਣੀ 'ਚ ਵੀ ਵੇਖ ਲੈਂਦੇ ਸਨ ਆਪਣੇ ਆਪ ਨੂੰ ਤਿਆਰ ਕਰਨ ਲਈ, ਸ਼ੀਸ਼ਾ ਨਹੀਂ, ਤੇ ਦਿਖਦਾ ਆਪਣਾ ਆਪਾ, ਪਰ ਉਹ ਫੜਿਆ ਨਹੀਂ ਜਾ ਸਕਦਾ। ਦਿਖਾਈ ਦਿੰਦਾ ਹੈ, ਆਪਣੇ ਆਪੇ ਦੀ ਪਹਿਚਾਣ ਕਰਾਂਦਾ ਹੈ। ਇਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਚੀਨਣਾ ਵੀ ਆਖਿਆ। ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਆਪਣੇ ਆਪੇ ਨੂੰ ਦੇਖਣਾ, ਦੁਬਾਰਾ ਚੈੱਕ ਕਰਨਾ। ਆਪ ਨਿੜੇ ਗਿਰਬਾਨ ਮੈਂ ਸਿਰ ਨੀਵਾ ਕਰ ਦੇਖ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਅੰਦਰ ਉਤਰਨਾ ਪੈਣਾ। ਜਦੋਂ ਤੱਕ ਬੰਦਾ ਆਪਣਾ ਆਪਾ ਚੀਨਦਾ ਨਹੀਂ, ਪਹਿਚਾਨ ਨਹੀਂ ਕਰਦਾ। ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹਨ ਸ਼ੀਸ਼ੇ ਦੀ ਤਰ੍ਹਾਂ। ਬਾਣੀ ਪੜ੍ਹਨ ਲੱਗਿਆ ਏਦਾਂ ਹੋਵੇ ਕਿ ਮੈਂ ਸਵਰਨਾ ਤੇ ਗੁਰੂ ਸਵਾਰੇਗਾ, ਗੁਰੂ ਮੈਨੂੰ ਸ਼ੀਸ਼ਾ ਵਿਖਾਏਗਾ। ਹਾਂ, ਜੇ ਮੇਰੇ ਮੂੰਹ ਤੇ ਕੋਈ ਦਾਗ ਕਾਲਕ ਲੱਗੀ ਹੈ ਤੇ ਸ਼ੀਸ਼ੇ ਦਾ ਫਰਜ਼ ਹੈ ਉਹ ਦਾਗ ਕਾਲਕ ਦੱਸਣਾ। ਜੇ ਸ਼ੀਸ਼ਾ ਵੀ ਛੁਪਾਉਂਦਾ ਫਿਰੇ ਕਿ ਇਹਨੇ ਤੇ ਬੁਰਾ ਮਨਾ ਜਾਣਾ, ਐਡਾ ਤਿਆਰ ਹੋਇਆ, ਏਡਾ ਸੋਹਣਾ ਬਣਿਆ, ਨਹਾਤਾ ਧੋਤਾ, ਤੇ ਮੈਂ ਇਹਦਾ ਦਾਗ ਹੀ ਇਹਨੂੰ ਦੱਸਾਂ। ਸ਼ੀਸ਼ੇ ਦਾ ਫਰਜ਼ ਹੀ ਇਹ ਹੈ ਨਾ, ਆਖਿਰ ਉਹ ਸ਼ੀਸ਼ਾ ਫਿਰ ਕਾਹਦਾ ਸ਼ੀਸ਼ਾ ਹੋਇਆ। ਔਰ ਜੇ ਕੋਈ ਇਹ ਸੋਚੇ ਕਿ ਮੇਰੇ ਦਾਗ, ਮੇਰੇ ਗੁਨਾਹ ਦੱਸਣ ਵਾਲਾ ਕੌਣ ਹੁੰਦਾ ਹੈ ਸ਼ੀਸ਼ਾ, ਉਹ ਕੱਪੜਾ ਪਾ ਦੇਵੇ ਸ਼ੀਸ਼ੇ ਤੇ ਕੀ ਇਹਦੇ ਨਾਲ ਦਾਗ ਮੁੱਕ ਗਿਆ? ਕੋਈ ਗੁੱਸੇ ਦੇ ਵਿੱਚ ਆ ਕੇ ਸ਼ੀਸ਼ੇ ਤੇ ਪੱਥਰ ਸੁੱਟ ਦੇਵੇ, ਉਹਨੂੰ ਚਕਨਾਚੂਰ ਕਰ ਦੇ, ਕੀ ਬੰਦੇ ਦੇ ਚਿਹਰੇ ਦਾ ਲੱਗਾ ਹੋਇਆ ਦਾਗ ਮਿਟ ਜਾਣਾ? ਇਹ ਭੁਲੇਖਾ ਸੀ ਜਹਾਂਗੀਰ ਨੂੰ।
कि गुरु अर्जन साहब कौन होंदे ने सानू चेहरा विखाउण वाले साडा। अगले ने तवी तैयार कर ली, देग उबालती, शीशा ते भड़िओ तुसी तोड़ दोगे, पर दाग ते तुहाडा इदां नहीं ना मिट जाना, दाग थोड़ा मिटेगा। गुरु अपनी शहीदी तो पहला गुरु हरगोबिंद साहब महाराज जी नूं जिम्मेवारी दे गए, शीशा फड़ा के गुरबाणी का विखा देवो फिर इन्हां नूं। तां ही तां भाई गुरदास जी ने आख्या, पंज प्याले पंज पीर छठम पीर बैठा गुर भारी, अर्जन काया पलट के मूरत हरगोबिंद सवारी। अपनी शहादत तो पहला अगले दे हथ शीशा फड़ा के गुरबाणी का, तुहानूं मौका मिले तो गुरबाणी के ठीक अर्थ लिखण वाले प्रोफैसर साहिब सिंह होरां दी लिखत पढ़ो। उन्होंने अर्थ कीते गुरु ग्रंथ साहब के 10 वॉल्यूम तैयार होए, तो उत्ते उन्होंने लिखिया गुरबाणी दर्पण। दर्पण का अर्थ की हुंदा है? शीशा। कि गुरबाणी दर्पण है, अपना आपा देखण लई, अपना आपा पहचान करने लई गुरबाणी भी है। अपने आपे नूं वेखण, अपने आप ने चैक करने लई गुरु ग्रंथ साहब की बाणी। तो जिन्ना चंगा बेहतर ते अपने आप नूं उचेरा बनाउण दा यतन कर रहे हैं, बड़ा चंगा है, चंगा उपराला। पर चैक गुरबाणी करके दसेगी कमी कित्थे है। सानू खुद नूं थोड़ा पता लगनी, और कोई मनदा भी कित्थे है, असल दे विच नहीं मनदा कोई। भट्ट जी कहते हम अवगुण भरे, एक गुण नाही अमृत छाड़, बिखै बिख खाई, माया मोह भरम पै भूले, सुत दारा सो प्रीत लगाई। ये साडी लाइफ स्टाइल है, असी इदां चलते हैं। साडे कुछ दायरे ने, असी अपने टब्बर नूं टब्बर समझते हैं, दूजे टब्बर नूं ते मनदे ही नहीं है। वो कलपे रोए धावां मारे, की मतलब मेरे बच्चे बच्चे ने बस। सुत दारा सो प्रीत लगाई, एक उत्तम पंथ सुनियो गुर संगत, तह मिलंत जम त्रास मिटाई, एक अरदास पाठ कीरत की, गुरु रामदास राखो शरणाई। ये हुंदा है मन जाना, कबूल कर जाना। वो प्रवान भी तां ही करेगा, उधार भी तां ही होएगा ना पतित दा। बड़ा प्यारा शब्द है रविदास साहब जी का, कहते तोही मोही मोही तोही अंतर कैसा, कनक कटिक जल तरंग जैसा, जो पे हमना पाप करंता, अहे अनंता, पतित पावन नाम कैसे हुंता। कहते तेनू अगर कोई पतित पावन कहता ना, तो वो साडे पाप हटाउण करके ही तेनों कोई पतित पावन कहता है। जे साडे च पाप ना हुंदे ते तू किनू पतित पावन करना सी। कितना प्यारी गल कही रविदास साहब जी ने। कहते ने तोही मोही मोही तोही अंतर कैसा, की फर्क की है। कहते कनिक कटक, कनिक कहते ने सोने नूं, कटिक कहते ने कड़े नूं, जब कोई गहना बनाउणा सोने दा। सोने ते सोने दे कड़े च की फर्क है। सोने विचों ही सोने दा कड़ा निकलिया ना, ਉਹਦੇ ਵਿੱਚੋਂ ਹੀ ਨਿਕਲਿਆ। ਜੇ ਸੋਨੇ ਦੀ ਹੋਂਦ ਨਾ ਹੁੰਦੀ ਕੜਾ ਕਿੱਥੋਂ ਆ ਜਾਣਾ ਸੀ। ਜਲ ਤਰੰਗ, ਜੇ ਜਲ ਹੀ ਨਾ ਹੋਵੇ ਤੇ ਤਰੰਗ ਕਿੱਥੋਂ ਆ ਜਾਣੀ ਸੀ। ਜੈਸਾ ਦਾ ਅਰਥ ਹੈ ਲਾਈਕ ਜਿਵੇਂ ਕਿ ਇਸ ਜਲ ਵਿੱਚੋਂ ਤਰੰਗ ਉੱਠੀ, ਜਿਵੇਂ ਕਿ ਸੋਨੇ ਚੋਂ ਗਹਿਣਾ ਉੱਠਿਆ। ਰਵਿਦਾਸ ਸਾਹਿਬ ਕਹਿੰਦੇ ਨੇ ਸਾਨੂੰ ਪੈਦਾ ਕਿੰਨੇ ਕੀਤਾ, ਕਿੱਥੋਂ ਪੈਦਾ ਹੋਇਆ। ਜੇ ਗਲਤੀ ਹੋ ਗਈ ਤੇ ਫਿਰ ਕੀ ਹੋਇਆ, ਹੈ ਤੇ ਤੇਰੇ ਹੀ ਆ ਨਾ, ਤੇਰੇ ਵਿੱਚੋਂ ਹੀ ਨਿਕਲੇ ਆ। ਜੋ ਪੇ ਹਮ ਨਾ ਪਾਪ ਕਰਨ ਤਾ, ਜੇ ਅਸੀਂ ਪਾਪ ਨਾ ਕਰਦੇ ਫਿਰ ਤੇ ਅਸੀਂ ਰੱਬ ਸਾਂ, ਫਿਰ ਤੇ ਅਸੀਂ ਵੀ ਪਾਪ ਰੱਬ ਬਣ ਗਏ। ਜੋ ਪੇ ਹਮ ਨਾ ਪਾਪ ਕਰੰਤਾ ਅਹੇ ਅਨੰਤਾ, हे ਅਨੰਤ ਕਾਲ ਪੁਰਖ ਜੀ, ਪਾਪੀ ਤਾਂ ਹਾਂ ਮੰਨਦੇ ਆ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਤੇਰੇ ਗੁਣਾਂ ਦੇ ਵਿੱਚ, ਤੇਰੀ ਵਡਿਆਈ ਦੇ ਵਿੱਚ ਜੇ ਕੋਈ ਨਾਮ ਜੁੜਿਆ ਨਾ ਪਤਿਤ ਪਾਵਨ, ਤੇ ਸਾਡੇ ਵਰਗੇ ਪਤਿਤਾਂ ਨੂੰ ਪਾਵਨ ਕਰਨ ਲਈ ਜੁੜਿਆ। ਤੈਨੂੰ ਕਰਨਾ ਪੈਣਾ। कबीर साहब जी ने इसे करके आख्या, कहते सुत अपराध करत है जेते, जन्नी चीत न राखस देते, रामैया हों बारिक तेरा, काहे न खंडस अवगुण मेरा। बई माँ वाल विना ते माँ कदी भी अपने नियाणिਆਂ ਦੇ ਕੱਪੜੇ ਗੰਦੇ ਵੇਖ ਕੇ, कि छोटा बच्चा है डिगदा डिगदा ਉਹ ਕਿਤੇ ਚਿੱਕੜ 'ਚ ਡਿੱਗ ਪਵੇ, ਕਿ ਕੱਪੜੇ ਲਿਬੜ ਜਾਂਦੇ ਨੇ, ਤੇ ਮਾਂ ਕਦੀ ਆਪਣੇ ਬੱਚੇ ਨੂੰ ਧੱਕਾ ਮਾਰਦੀ ਹੈ ਕਿ ਤੂੰ ਲਿਬੜ ਕੇ ਆ ਗਿਆ। ਉਹ ਕਦੇ ਡਾਂਗ ਚੁੱਕਦੀ ਹੈ, ਉਹ ਕਹਿੰਦੀ ਕੋਈ ਗੱਲ ਨਹੀਂ। ਉਹ ਉਹਦਾ ਰੋਣਾ ਚੁੱਪ ਕਰਾਉਣ ਲਈ ਕਹਿੰਦੀ ਫਿਰ ਕੀ ਹੋਇਆ, ਹੋਰ ਕੱਪੜੇ ਪਏ ਨੇ ਸੋਹਣੇ ਸੋਹਣੇ, ਉਹਨੂੰ ਨਵਾ ਧਵਾ ਕੇ ਉਹਦੇ ਮੈੜੇ ਕੱਪੜੇ ਲਾ ਕੇ ਉਹਨੂੰ ਚੰਗੇ ਪਾ ਕੇ ਖੁਸ਼ ਕਰ ਦਿੰਦੀ ਹੈ। ਉਹਦਾ ਐਡਾ ਵੱਡਾ ਜਿਗਰਾ ਹੈ ਉਸ ਮਾਂ ਦਾ
ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਸੁਤ ਅਪਰਾਧ ਕਰਤ ਹੈ ਜੇਤੇ। ਭਾਵੇਂ ਜਿੰਨਾ ਮਰਜ਼ੀ ਗਲਤੀਆਂ ਕਰ ਲੈ ਨਿਆਣਾ, ਮਾਂ ਲਈ ਤੇ ਨਿਆਣਾ ਹੀ ਹੈ, ਬੱਚਾ ਹੀ ਹੈ ਉਹਦਾ, ਉਹ ਹਮੇਸ਼ਾ ਬਖਸ਼ਦੀ ਹੈ ਉਹਨੂੰ, ਉਹ ਬਖਸ਼ਿੰਦ ਬਣਦੀ ਹੈ ਮਾਂ। ਕਹਿੰਦੇ ਨੇ ਇਸ ਕਰਕੇ ਰੱਬ ਜੀ ਜੇ ਵਾਕਈ ਤੁਸੀਂ ਹੋ ਨਾ ਤੇ ਮੇਰੀ ਮਾਂ ਵਰਗਾ ਬਣੋ। ਫਿਰ ਸੁਤ ਅਪਰਾਧ ਕਰਤ ਹੈ ਜਤੇ ਜਨਨੀ ਚੀਤ ਨਾ ਰਾਖਸ ਤੇ ਰਾਮਈਆ। ਇਹ ਲਫ਼ਜ਼ ਯੂਪੀ ਇਲਾਕੇ ਦੇ ਵਿੱਚ ਬੜਾ ਮਕਬੂਲ ਹੈ। ਉੱਥੇ ਮਾਂ ਨੂੰ ਮਈਆ ਕਹਿੰਦੇ ਨੇ। ਰਾਮਈਆ ਰਮੇ ਹੋਏ, ਹੇ ਮੇਰੀ ਮਾਂ ਵਰਗੇ ਅਕਾਲ ਪੁਰਖ ਰਾਮਈਆ ਹਉ ਬਾਰਿਕ ਤੇਰਾ, ਅਸੀਂ ਤੇਰੇ ਬਾਰਿਕ ਹਾਂ, ਔਲਾਦ ਹਾਂ ਤੇਰੇ। ਕੀ ਹੋਇਆ ਸਾਡੇ ਕੋਲੋਂ ਗਲਤੀ ਖਾਮੀ ਹੋ ਜਾਏ। ਰਾਮਈਆ ਹਉ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਬਈ ਮੇਰਾ ਅਵਗੁਣ ਖੰਡਸ ਕਿੰਨੇ ਕਰਨਾ। ਬੜਾ ਪਿਆਰਾ ਕਿਸੇ ਅਦੀਬ ਨੇ ਵੀ ਇਸ ਬਾਰੇ ਕਿਹਾ, ਉਹ ਕਹਿੰਦਾ ਫੂਲ ਨਾ ਕਾਗਦ ਬਦੀਆਂ ਵਾਲੇ, ਦਰ ਤੋਂ ਧੱਕ ਨਾ ਮੈਨੂੰ, ਜੇ ਮੈਂ ਵਿੱਚ ਐਬ ਗੁਨਾਹ ਨਾ ਹੁੰਦੇ ਤੂੰ ਬਖਸ਼ਿੰਦਾ ਕਈਨੂੰ। ਇਸ ਕਰਕੇ ਬਖਸ਼ਣ ਵਾਲਾ ਵਰਡ ਵੀ ਤੇਰੇ ਨਾਲ ਤਾਂ ਹੀ ਜੁੜਨਾ ਜੇ ਤੂੰ ਸਾਨੂੰ ਬਖਸ਼ ਦੇਵੇਂਗਾ। ਇਹ ਹੈ ਆਪਣੇ ਆਪੇ ਦੇ ਵਿੱਚ ਕਬੂਲ ਕਰਨਾ ਗੁਨਾਹ। ਤੇ ਜੇ ਬੰਦਾ ਐਕਸਕਿਊਜ਼ ਘੜੀ ਜਾਏ, ਬੰਦਾ ਬਹਾਨੇ ਘੜੀ ਜਾਏ, ਮੰਨੇ ਨਾ ਗਲਤੀ, ਤੇ ਸੁਧਾਰ ਕਦੀ ਨਹੀਂ ਹੁੰਦੇ, ਕਦੀ ਫਰਕ ਨਹੀਂ ਪੈਂਦਾ। ਬੰਦਾ ਫਿਰ ਗਲਤੀ ਤੇ ਗਲਤੀ ਕਰੀ ਜਾਏਗਾ। ਝੂਠ ਦੇ ਬਾਅਦ ਝੂਠ ਹੋਰ ਨਿਕਲਣਗੇ। ਜੇ ਕਵੇ ਕਿ ਹਾਂ ਝੂਠ ਬੋਲਿਆ ਗਿਆ ਸੀ, ਮੰਨ ਲੈ, ਉਹ ਅਦਬ ਵਾਲਾ ਸਤਕਾਰਿਆ ਬੰਦਾ। ਮੰਨ ਤਾਂ ਗਿਆ ਨਾ, ਬੜੀ ਵੱਡੀ ਗੱਲ ਹੈ। ਗਲਤੀ ਮੰਨ ਜਾਣਾ ਬਹਾਦਰੀ ਹੈ। ਗਲਤੀ ਹੋ ਜਾਣਾ ਸੁਭਾਵਕ ਪ੍ਰਕਿਰਿਆ ਹੈ, ਕਿਸੇ ਕੋਲੋਂ ਵੀ ਹੋ ਸਕਦੀ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਅਸੀਂ ਪਤਿਤ ਹਾਂ, ਪਤਿਤ ਜਿਹੜੇ ਡਿੱਗ ਪਏ ਖਲਾਕ ਤੋਂ, ਆਚਰਣ ਤੋਂ, ਪਰ ਉਦਾਹਰਨ ਤੂੰ ਉਧਾਰ ਕਰ ਦੇਣਾ ਉਹਨਾਂ ਦਾ। ਕਿਉਂਕਿ ਸਾਡੇ ਸਮਾਜ ਦੀ ਬਣਤਰ ਇਹੋ ਜਿਹਾ ਕਿ ਕੋਈ ਆਚਰਣ ਤੋਂ ਡਿੱਗ ਪਏ ਨਾ, ਉਹਨੂੰ ਸਮਾਜ ਛੇਤੀ ਨਹੀਂ ਪ੍ਰਵਾਨ ਕਰਦਾ, ਉਹਨੂੰ ਤੰਗ ਦਿਲੀ ਦੇ ਲੋਕ ਛੇਤੀ ਐਕਸੈਪਟ ਨਹੀਂ ਕਰਦੇ। ਬੜਾ ਪਿਆਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਭੇ ਭਜ ਖਲੇ, ਸਭੋ ਭਜੇ ਆਸਰਾ ਚੂਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲਗੇ ਨਾ ਤੱਤੀ ਵਾਓ। ਇੱਕੋ ਆਸਰਾ ਰਹਿ ਜਾਂਦਾ ਅਖੀਰ ਦੇ ਵਿੱਚ ਬੰਦੇ ਕੋਲ, ਲਾਸਟ। ਕਈ ਵਾਰੀ ਘਰ ਦੇ ਵੀ ਕੱਢ ਦਿੰਦੇ ਨੇ, ਰਿਸ਼ਤੇਦਾਰ ਬੇਦਖਲ ਕਰ ਦਿੰਦੇ ਨੇ, ਬੰਦਾ ਸਮਾਜ ਤੋਂ, ਕੌਮ ਤੋਂ ਵੀ ਕੱਢਿਆ ਜਾ ਸਕਦਾ, ਪ੍ਰਵਾਨ ਹੀ ਨਹੀਂ ਕਰਦੇ ਲੋਕ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਸ ਰੂਪ ਦੇ ਵਿੱਚ ਜਾਣ ਲਾਂਗੇ ਨਾ, ਸਮਝ ਲਾਂਗੇ ਕਿ ਇਹ ਅਕਾਲ ਪੁਰਖ ਦੇ ਗੁਣਾਂ ਵਿੱਚੋਂ ਇੱਕ ਗੁਣ ਹੈ ਕਿ ਉਹ ਪਤਿਤਾਂ ਨੂੰ ਵੀ ਉਧਾਰ ਦਿੰਦਾ ਹੈ, ਡਿੱਗਿਆਂ ਨੂੰ ਵੀ ਚੁੱਕ ਲੈਂਦਾ ਹੈ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਫਿਰ ਇਹ ਗੁਣ ਜਦੋਂ ਅਸੀਂ ਸਿੱਖੀ ਦੇ ਵਿਹੜੇ ਵਿੱਚ ਇੰਪਲੀਮੈਂਟ ਕਰਾਂਗੇ, ਤੇ ਸਾਡੇ ਸਿੱਖੀ ਦੇ ਵਿਹੜੇ ਵਿੱਚ ਵੀ ਅਗਰ ਕੋਈ ਖਾਮੀ ਕਮੀ ਕਰ ਜਾਏਗਾ, ਤੇ ਫਿਰ ਅਸੀਂ ਉਸ ਡਿੱਗੇ ਨੂੰ ਕੱਢਾਂਗੇ ਨਹੀਂ। ਜਿਵੇਂ ਅਸੀਂ ਕਹਿੰਦੇ ਹਾਂ ਇਹਨੂੰ ਪੰਥ ਚੋਂ ਕੱਢਤਾ, ਪੰਥ ਚੋਂ ਛੇਕਤਾ, ਇਹ ਗੱਲ ਸਮਝ ਆਉਣ ਲੱਗ ਪਏਗੀ ਕਿ ਅਸੀਂ ਕੌਣ ਆ ਕੱਢਣ ਵਾਲੇ, ਅਸੀਂ ਕੌਣ ਆ ਕਿਸੇ ਨੂੰ ਛੇਕਣ ਵਾਲੇ। ਵਾਕਈ ਜਿਹੜੇ ਪੰਥ ਚੋਂ ਛੇਕਣ ਵਾਲੇ ਉੱਥੇ ਬੈਠੇ ਅਲੰਬਰਦਾਰ ਨੇ, ਵਾਕਈ ਉਹ ਪਾਵਨ ਨੇ, ਵਾਕਈ ਉਹ ਪਵਿੱਤਰ ਨੇ। ਉਹਨਾਂ ਨੂੰ ਕਿਸੇ ਦਾ ਛੇਕ ਦਿਖਾਈ ਦਿੱਤਾ, ਕਮੀ ਦਿਖਾਈ ਦਿੱਤੀ। ਜੇ ਬਾਣੀ ਕਹਿੰਦੀ ਨਾ, ਜੋ ਦੇਖਿਆ ਛਿਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀ ਹੈ। ਕਿਸੇ ਦੀ ਕਮੀ ਵਿਖ ਜਾਏ ਤੇ ਬਸ ਦੂਜੇ ਨੂੰ ਚਾਅ ਜਾ ਚੜ ਜਾਂਦਾ, ਬਈ ਲੱਭ ਗਈ ਕਮੀ ਇਹਦੀ। ਇਹਦਾ ਮਤਲਬ ਕੀ ਹੋਇਆ, ਉਹ ਕਮੀ ਲੱਭ ਰਿਹਾ ਸੀ ਬੜੇ ਚਿਰ ਦੀ, ਲੱਭ ਨਹੀਂ ਸੀ ਰਹੀ, ਲੱਭਦਿਆਂ ਸਾਰੀ ਨੂੰ ਰੋਲਾ ਪਾ ਦਿੱਤਾ, ਦੇਖੋ ਜੀ ਇਹਦੇ 'ਚ ਫਲਾਣੀ ਕਮੀ ਹੈ। ਤੇ ਜੇ ਕੋਈ ਵਾਕਈ ਕਵੇ, ਇਮਾਨਦਾਰੀ ਨਾਲ ਪੁੱਛੇ ਕਿ ਤੇਰੇ 'ਚ ਕੋਈ ਕਮੀ ਨਹੀਂ ਹੈਗੀ, ਹੈ ਕਿਸੇ ਪੱਖੋਂ ਕੋਈ ਦਾਵਾ, ਕੋਈ ਗਰੰਟੀ ਕਿ ਕੋਈ ਕਮੀ ਨਹੀਂ ਹੈਗੀ ਤੇਰੇ ਅੰਦਰ, ਸਾਹਮਣੇ ਵਾਲੇ ਦੇ ਵਿੱਚ ਦਿਖੀ ਕਮੀ ਤੇ ਤੂੰ ਇਹਨੂੰ ਪੰਥ ਚੋਂ ਕੱਢਣ ਲਈ ਰਾਜੀ ਹੋ ਗਿਆ। ਗੁਰੂ ਮਹਾਰਾਜ ਕਦੀ ਦਰਕਾਰਦੇ ਨਹੀਂ ਸਨ ਏਦਾਂ। ਹਾਂ, ਕਿਸੇ ਦੀ ਮਰਜ਼ੀ ਹੈ ਕਿ ਕੋਈ ਕਿੰਨੇ ਕੁ ਗੁਰੂ ਦੇ ਬਚਨਾਂ ਤੇ ਖਰਾ ਉਤਰ ਸਕਦਾ ਹੈ, ਨਹੀਂ ਤੇ ਉਹਦੀ ਫਰੀਡਮ ਹੈ, ਉਹ ਜਿੱਦਾਂ ਰਹਿਣਾ ਚਾਹੁੰਦਾ ਰਹੇ ਪਏ, ਰਹੀ ਜਾਏ। ਕੀ ਕੋਈ ਸਿੱਖੀ ਦੇ ਵਿਹੜੇ ਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਹੈ ਤੇ ਸਾਡੇ ਅਲੰਬਰਦਾਰ, ਸਾਡੇ ਜਥੇਦਾਰ, ਸਾਡੇ ਉੱਤੇ ਬੈਠੇ ਹੋਏ ਜਿਹੜੇ ਮਾਲਕ ਨੇ, ਕੀ ਉਹ ਬੱਚੇ ਦੇ ਗਲ ਕੋਈ ਫੱਟੀ ਪਾਉਂਦੇ ਨੇ ਤੂੰ ਸਿੱਖ ਹੋ ਗਿਆ?
ਜਦੋਂ ਉਹਦੇ ਕੋਲੋਂ ਕੋਈ ਖਾਮੀ ਹੋਵੇ ਤੇ ਉਹ ਕਹਿੰਦੇ ਨੇ ਇਹਨੂੰ ਕੱਢਣ ਲਈ ਸਾਡੇ ਕੋਲ ਸਰਟੀਫਿਕੇਟ ਹੈਗਾ। ਬਈ ਕੋਈ ਰੱਖਣ ਦਾ ਵੀ ਹੈਗਾ ਤੁਹਾਡੇ ਕੋਲ? ਤੁਸੀਂ ਕਿਸੇ ਨੂੰ ਰੱਖਿਆ ਵੀ ਆਪਣੇ ਵਿਹੜੇ ਦੇ ਵਿੱਚ? ਕਦੀ ਕਿਸੇ ਨੂੰ ਮਾਨ ਸਨਮਾਨ ਵੀ ਮਿਲਿਆ? ਕੀ ਵਾਕਈ ਸਾਡੇ ਤਖਤ ਦੇ ਜਥੇਦਾਰ ਤੇ ਸਾਡੇ ਤਖਤ ਕੱਢਣ ਦੀ ਜ਼ਿੰਮੇਵਾਰੀ ਤਾਂ ਕੀ ਨੇ? ਕਿ ਉਹ ਕੱਢਣ ਲਈ ਬੈਠੇ ਨੇ, ਰੱਖਣ ਵਾਲੇ ਨਹੀਂ ਹੈਗੇ। ਕਦੀ ਵੇਖਿਆ ਕਿ ਅਕਾਲ ਤਖਤ ਤੇ ਕੋਈ ਇਹੋ ਜਿਹਾ ਸਮਾਗਮ ਸਾਲ ਦੇ ਵਿੱਚ ਹੁੰਦਾ ਹੋਵੇ ਜਿਹਦੇ ਵਿੱਚ ਰੱਖਣ ਦੀ ਆਫਰ ਕੀਤੀ ਜਾਂਦੀ ਹੋਵੇ ਕਿ ਕੋਈ ਆਉਣਾ ਚਾਹੁੰਦਾ ਤੇ ਜੀ ਸਦਕੇ ਅਸੀਂ ਤੁਹਾਨੂੰ ਸਨਮਾਨਿਤ ਕਰਾਂਗੇ? ਕੱਢਣ ਲਈ ਅਗਲੇ ਮੀਟਿੰਗਾਂ ਕਰਦੇ ਨੇ ਬਸ। ਅਕਾਲ ਪੁਰਖ ਦਾ ਸੁਭਾਅ ਹੈ ਪਤਿਤ ਨੂੰ ਪਾਵਨ ਕਰਨ ਵਾਲਾ। ਵੇਖੋ ਭਾਈ ਗੁਰਦਾਸ ਕੀ ਕਹਿੰਦੇ ਨੇ? ਕਹਿੰਦੇ ਨੇ ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨੀ ਨਾ ਤੋਸੋ ਵਿਚਾਰੀ, ਮੋਸੋ ਨਾ ਪਤਿਤ ਪਾਵਨ ਨਾ ਤੋਸਰ, ਮੋਸੋ ਬਿਕਾਰੀ ਨਾ ਤੋਸੋ ਉਪਕਾਰੀ, ਮੋਰੇ ਹੈ ਅਵਗੁਣ ਤੋਂ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਫਿਰ ਸਹਾਰਾ ਹੀ ਕਾਹਦਾ ਜੇ ਕਮੀ ਨੂੰ ਵੇਖ ਕੇ ਤੁਸੀਂ ਕੱਢ ਹੀ ਦੇਣਾ ਹੈ? ਤੇ ਕਮੀ ਤਾਂ ਹੈ ਹੀ ਨਹੀਂ ਮੇਰੇ ਅੰਦਰ, ਪਰ ਕਮੀ ਦੂਰ ਕਿੰਨੇ ਕਰਾਉਣੀ ਸੀ? ਬਈ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਜੇ ਇਉਂ ਹੁੰਦਾ ਤੇ ਮਹਾਰਾਜ ਕਦੀ ਸੱਜਣ ਦੇ ਘਰ ਨਾ ਜਾਂਦੇ। ਲੋਕੀ ਤੈਨੂੰ ਠੱਗ ਕਹਿ ਰਹੇ ਸਨ। ਕਦੀ ਮਹਾਰਾਜ ਕੌਡੇ ਕੋਲ ਨਾ ਜਾਂਦੇ ਜਿਨ੍ਹਾਂ ਨੂੰ ਆਰੀਅਨ ਲੋਕ ਰਾਖਸ਼ ਕਹਿੰਦੇ ਸਨ। ਕਿਉਂ ਜਾਂਦੇ ਮਹਾਰਾਜ ਉਹਨਾਂ ਦੇ ਕੋਲ? ਇਹ ਇੱਕ ਗੁਣ ਹੈ ਬੜਾ ਵੱਡਾ ਜਿਗਰਾ ਰੱਖ ਕੇ ਤੁਰਨਾ ਪੈਂਦਾ ਹੈ ਕਿ ਕਿਸੇ ਦੀ ਖਾਮੀ ਕਮੀ ਵਿਖਦੀ ਹੈ ਪਰ ਉਹਨੂੰ ਦੂਰ ਕਰਨ ਲਈ ਤੁਸੀਂ ਕਿੰਨੇ ਯਤਨਬੱਧ ਹੋ। ਮੈਨੂੰ ਖਿਮਾ ਕਰ ਦਿਓ ਜੀ। ਘਰਾਂ ਤੋਂ ਲੈ ਕੇ ਕੌਮੀ ਤੇ ਕੰਟਰੀਆਂ ਤੱਕ ਇਹ ਪ੍ਰੋਬਲਮ ਵਧੀ ਹੋਈ ਹੈ। ਘਰ ਦੇ ਵਿਹੜੇ ਤੋਂ ਲੈ ਕੇ ਪਤੀ ਪਤਨੀ ਦੇ ਵਿੱਚੋਂ, ਪਤਨੀ ਪਤੀ ਦੇ ਵਿੱਚੋਂ ਅਗਰ ਕੋਈ ਕਮੀ ਨੂੰ ਹੀ ਫੋਕਸ ਕਰੀ ਜਾਏ ਤੇ ਤਲਾਕ ਸੁਭਾਵਿਕ ਹੀ ਨੇ, ਸੁਭਾਵਿਕ ਗੱਲਾਂ ਨੇ। ਛੱਡ ਛੜਾ ਤੇ ਹੋਣੇ ਹੀ ਹੋਣੇ ਨੇ ਫਿਰ, ਕਿਉਂਕਿ ਸਿਰਫ ਕਮੀ ਹੀ ਵਿਖਦੀ ਹੈ, ਅੰਡਰਲਾਈਨ ਹੋਈ ਖਾਮੀ ਦੇ ਉੱਤੇ ਰਹੀ ਹੈ। ਗੁਣਾਂ ਦੀ ਕਦਰ ਵਾਲਾ ਪਾਸਾ ਵੀ ਮਨਫੀ ਹੋ ਰਿਹਾ ਹੈ ਤੇ ਅਵਗੁਣ ਨੂੰ ਜ਼ਿਆਦਾ ਫੋਕਸ ਕੀਤਾ ਜਾ ਰਿਹਾ। ਇਹ ਗਲਤੀ ਹੈ ਕਿਉਂ ਹੈ? ਮਹਾਰਾਜ ਕਹਿੰਦੇ ਨੇ ਰੱਬ ਦਾ ਸੁਭਾਅ ਹੈ ਬਖਸ਼ਿੰਦ, ਤੇ ਕਿਤੇ ਅਸਮਾਨ ਤੇ ਬੈਠੇ ਨੇ ਥੋੜਾ ਉਤੋਂ ਬਖਸ਼ਣਾ ਹੈ, ਉਹ ਬੰਦੇ ਦੇ ਥਰੂ ਹੀ ਬਖਸ਼ਣਾ ਅਗਲੇ ਨੇ, ਬੰਦਿਆਂ ਵਿੱਚੋਂ ਹੀ ਬਖਸ਼ਣਾ ਅਗਲੇ ਨੇ। ਉਹ ਸੁਭਾਅ ਮਹਾਰਾਜ ਕਹਿੰਦੇ ਨੇ ਤੈਨੂੰ ਆਪਣੇ ਅੰਦਰੋਂ ਹੀ ਲਿਆਉਣਾ ਪੈਣਾ ਹੈ। ਫਿਰ ਮੈਂ ਬੇਨਤੀ ਕਰਾਂ, ਪਾਣੀ ਮਾਹੇ ਮੁਖ ਦੇਖ ਜੈਸਾ, ਨਾਮੇ ਕਾ ਸੁਆਮੀ ਬੀਠੁਲ ਐਸਾ। ਉਹ ਅੰਦਰ ਹੈ, ਅੰਦਰੂਨੀ ਤੌਰ ਤੇ ਪ੍ਰਗਟ ਹੋਣਾ ਬੰਦੇ ਦੇ ਅੰਦਰੋਂ। ਬੰਦੇ ਦੇ ਅੰਦਰੋਂ ਹੀ ਪਾਵਨ ਗੁਣ ਨਿਕਲਦੇ ਨੇ, ਬੰਦੇ ਦੇ ਅੰਦਰੋਂ ਹੀ ਬਖਸ਼ਿੰਦ ਸੁਭਾਅ ਨਿਕਲਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਸਭੈ ਕਟ ਰਾਮ ਬੋਲੇ। ਹਰੇਕ ਦੇ ਅੰਦਰੋਂ ਹੀ ਤਾਂ ਬੋਲ ਰਹੇ ਆ। ਹਾਂ, ਇਹ ਵੱਖਰੀ ਗੱਲ ਹੈ ਕਿ ਕੋਈ ਚੰਗਾ ਇੱਕ ਗੁਣ ਪ੍ਰਗਟ ਕਰ ਜਾਏ ਤੇ ਉਹਦਾ ਕ੍ਰੈਡਿਟ ਆਪ ਲੈਣਾ ਚਾਹੁੰਦਾ ਹੈ। ਇਹ ਵੀ ਇੱਕ ਪ੍ਰੋਬਲਮ ਹੈ। ਬੰਦਾ ਇੱਕ ਚੋਂ ਨਿਕਲਦਾ ਦੂਜੀ 'ਚ ਫਸ ਜਾਂਦਾ ਹੈ, ਉੱਥੇ ਹੰਕਾਰ ਕਬਜ਼ਾ ਕਰ ਲੈਂਦਾ। ਭਾਵੇਂ ਕਿ ਉਹ ਇੱਕ ਗੁਣ ਹੈ, ਕੁਆਲਿਟੀ ਹੈ, ਪਰ ਉਹ ਕਹਿੰਦਾ ਮੇਰੇ ਥਰੂ ਹੋਈ, ਮੇਰੀ ਹੈ। ਉਹ ਆਪਣੀ ਮੋਹਰ ਲਾਉਣਾ ਚਾਹੁੰਦਾ ਹੈ। ਮਹਾਰਾਜ ਨੇ ਇਸੇ ਕਰਕੇ ਬਾਣੀ 'ਚ ਆਖਿਆ, ਜੇ ਕੋ ਇੱਕ ਕਰੇ ਚੰਗਿਆਈ ਮਨ ਚਿਤ ਬਹੁਤ ਬਫਾਵੈ। ਇੱਕ ਚੰਗਿਆਈ ਕੀ ਨਿਕਲ ਗਈ, ਬੰਦਾ ਤੇ ਹਵਾ ਦੇ ਵਿੱਚ ਹੋ ਗਿਆ। ਇਤੇ ਗੁਣ ਇਤੀਆਂ ਚੰਗਿਆਈਆਂ ਦੇ ਨਾ ਪਛਤਾਵੈ। ਵੇਖ ਰੱਬ ਕਿੰਨਾ ਪਰਉਪਕਾਰੀ ਹੈ, ਕਿੰਨੇ ਗੁਣਾਂ ਨਾਲ ਭਰਿਆ। ਕਦੀ ਉਹਨੇ ਅਹਿਸਾਸ ਦਿਵਾਇਆ ਬੰਦੇ ਦਾ ਗਲਾ ਫੜ ਕੇ ਕਿ ਵੇਖ ਕਿੰਨਾ ਕੁਝ ਮੈਂ ਤੇਰੇ ਲਈ ਕੀਤਾ? ਬੰਦਾ ਇੱਕ ਗੁਣ ਆਪਣੇ ਅੰਦਰੋਂ ਜ਼ਾਹਰ ਕਰ ਜਾਏ, ਕੋਠੇ ਤੇ ਚੜ੍ਹ ਕੇ ਰੋਲਾ ਪਾਉਂਦਾ। ਗੁਣ ਹੋਣਾ ਚਾਹੀਦਾ, ਰੱਬੀ ਗੁਣ ਪ੍ਰਗਟ ਹੋਣਾ ਚਾਹੀਦਾ, ਉਹਨੂੰ ਦਬਾਉਣਾ ਨਹੀਂ ਚਾਹੀਦਾ। ਜੇ ਦਬਿਆ ਰਹਿ ਗਿਆ ਤੇ ਉਹ ਸੜ ਜਾਣਾ ਹੈ। ਜਿਵੇਂ ਅਸੀਂ ਸਬਜ਼ੀ ਲਾਇਆ ਨਾ, ਮਾਰਕੀਟ ਤੋਂ ਫਰੂਟ ਲੈ ਕੇ ਆਉਂਦੇ ਹਾਂ, ਤੇ ਜੇਕਰ ਅਸੀਂ ਲਿਆ ਕੇ ਉਹਨੂੰ ਕਿਤੇ ਐਵੇਂ ਟੇਬਲ ਤੇ ਰੱਖ ਦਿੱਤਾ, ਉਹਨੂੰ ਫਰੀਜ਼ ਨਾ ਕੀਤਾ, ਥੋੜੇ ਚਿਰਾਂ ਬਾਅਦ ਤੁਸੀਂ ਵੇਖੋ ਉਹ ਸੜਨ ਲੱਗ ਪੈਂਦਾ, ਗਲਣ ਲੱਗ ਪੈਂਦਾ, ਕਿਸੇ ਕੰਮ ਨਹੀਂ ਆਉਂਦਾ, ਸੁੱਟਣਾ ਪੈਂਦਾ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਕਿਸੇ ਦੇ ਕੰਮ ਨਹੀਂ ਆਉਣੇ, ਉਹਨੂੰ ਯੂਜ਼ ਕਰ, ਆਪਣੇ ਲਈ ਵੀ ਯੂਜ਼ ਕਰ, ਕਿਸੇ ਲਈ ਵੀ ਯੂਜ਼ ਕਰ। ਮਿੱਠ ਬੋਲੜੇ ਦਾ ਸੁਭਾਅ ਹੈ, ਆਪਣੇ ਲਈ ਇੰਪਲੀਮੈਂਟ ਕਰ, ਯੂਜ਼ ਕਰ, ਅਪਲਾਈ ਕਰ। ਬਖਸ਼ਣ ਦਾ ਸੁਭਾਅ ਹੈ, ਕਿਸੇ ਲਈ ਯੂਜ਼ ਕਰ। ਬਖਸ਼ਣ ਦਾ ਸੁਭਾਅ ਲੈ ਕੇ ਆ ਅੰਦਰ। ਪਰ ਅਸੀਂ ਤਾਂ ਬਖਸ਼ਦੇ ਹੀ ਨਹੀਂ ਕਿਸੇ ਦੇ। ਇੱਕ ਖਾਮੀ ਹੋ ਜਾਏ ਤੇ ਬੰਦਾ ਕਹਿੰਦਾ ਹੁਣ ਗੱਲ ਬਣੀ ਹੈ। ਜੋ ਦੇਖਿਆ ਛਿਦਰ ਤਾਂ ਨਿੰਦਕ ਉਮਾ ਹੈ। ਹੋਰ ਨਿੰਦਕ ਕੀ ਹੁੰਦਾ? ਉਹ ਗਲਤੀ ਲੱਭ ਰਿਹਾ ਸੀ
ਇਹ ਕੈਮਰੇ ਲਾਏ ਹੋਏ ਸਨ, ਗਲਤੀ ਲੱਭ ਗਈ, ਉਹਨੇ ਕੋਠੇ ਚੜ੍ਹ ਲੋਕਾਂ ਨੂੰ ਰੌਲਾ ਪਾਇਆ, ਵੇਖੋ ਲੱਭ ਗਈ ਜੇ। ਕਿੰਨੀਆਂ ਪ੍ਰੋਬਲਮ ਘਰਾਂ 'ਚ ਆਈਆਂ। ਸੱਸ ਅਗਰ ਨੂੰਹ ਤੇ ਕੈਮਰਾ ਲਾ ਕੇ ਬੈਠੀ ਹੈ, ਨੂੰਹ ਨੇ ਅਗਰ ਸੱਸ ਤੇ ਲਾਇਆ, ਗਲਤੀ ਤਾਂ ਲੱਭ ਹੀ ਜਾਣੀ ਹੈ, ਕਿਉਂਕਿ ਬੰਦਾ ਹੈ ਆਖਿਰ। ਮਹਾਰਾਜ ਕਹਿੰਦੇ ਨੇ ਮਾਟੀ ਕਾ ਕਿਆ ਧੋਪ ਹੈ ਸੁਆਮੀ, ਮਾਨਸ ਕੀ ਗਤ ਇਹੀ। ਲੱਭ ਜਾਏਗੀ, ਗਲਤੀ ਲੱਭਣ ਦੀ ਕਿਹੜੀ ਵੱਡੀ ਗੱਲ ਹੈ। ਪਰ ਗੱਲ ਤੇ ਹੈ ਬਖਸ਼ੇਗਾ ਕੌਣ ਇਹਨੂੰ। ਪਤਿਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ। ਅਕਾਲ ਪੁਰਖ ਦੀ ਜਿਸ ਦਿਨ ਸਾਨੂੰ ਡੈਫੀਨੇਸ਼ਨ ਕਲੀਅਰ ਹੋ ਗਈ ਨਾ ਬਾਣੀ ਦੇ ਥਰੂ, ਗੱਲ ਬਣਨੀ ਸ਼ੁਰੂ ਹੋ ਜਾਏਗੀ। ਅਸੀਂ ਰੱਬ ਨੂੰ ਕਿਤੇ ਅਸਮਾਨੇ ਸਮਝਦੇ ਹਾਂ, ਉਹਦੇ ਗੁਣ ਉਹਦੇ ਪਰਉਪਕਾਰ ਵੱਖਰੇ ਸੈਪਰੇਟ ਮੰਨਦੇ ਹਾਂ, ਆਪਣੇ ਆਪ ਨੂੰ ਵੱਖਰਾ ਕਰੀ ਫਿਰਦੇ ਹਾਂ ਅਸੀਂ। ਪਰ ਬਾਣੀ ਤਾਂ ਕਹਿੰਦੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪਾਵਨ ਸ਼ਬਦ ਮਹਾਰਾਜ ਕਹਿੰਦੇ ਨੇ ਖੋਜਤ ਖੋਜਤ ਮੈਂ ਫਿਰਾਂ ਖੋਜੂ ਬਨ ਥਾਨ। ਜੋ ਕਿ ਰੱਬ ਲੱਭਣ ਲਈ ਬਨ ਜੰਗਲ ਜਾ ਰਹੇ ਨੇ, ਥਾਨ ਥਨੰਤਰ ਲੱਭ ਰਹੇ ਨੇ ਵੀ ਰੱਬ ਲੱਭ ਲਈਏ। ਰੱਬ ਕਿੱਥੇ ਗਵਾਚਾ ਪਿਆ? ਮਹਾਰਾਜ ਕਹਿੰਦੇ ਰੱਬ ਨਹੀਂ ਗਵਾਚਾ, ਗਵਾਚਾ ਤੂੰ ਪਿਆ ਅਸਲ ਦੇ ਵਿੱਚ। ਟਿਕ ਤੂੰ ਰੱਬ ਲੱਭਦਾ, ਟਿਕਾ ਮੁੱਕ ਜਾਂਦਾ, ਪੜਚੋਲ ਮੁੱਕ ਜਾਂਦੀ ਹੈ। ਜਨ ਨਾਨਕ ਬਿਨ ਆਪਾ ਚੀਨੈ, ਇਹ ਮੁੱਕ ਜਾਂਦਾ। ਤੂੰ ਤੁਰ ਪਿਆ ਖੋਜਤ ਖੋਜਤ ਮੈਂ ਫਿਰਾਂ ਖੋਜੂ ਬਨਥਾਨ। ਪਰ ਮਹਾਰਾਜ ਕਹਿੰਦੇ ਨੇ ਮੈਨੂੰ ਰੱਬ ਦਿਖਿਆ, ਪਤਾ ਕਿੱਦਾਂ ਦਾ? ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ। ਉੱਤੇ ਅਛਲ ਸੀ, ਜਿਹਨੂੰ ਛਲਿਆ ਨਹੀਂ ਜਾ ਸਕਦਾ, ਜਿਹਨੂੰ ਫਾਈਨੈਂਸ਼ੀਅਲੀ ਤੌਰ ਤੇ ਮਾਇਆ ਦੇ ਨਾਲ, ਜਿਹਨੂੰ ਕਰੰਸੀ ਦੇ ਥਰੂ, ਪਦਾਰਥਾਂ ਦੇ ਰਾਹੀਂ, ਜਿਹਨੂੰ ਛਲਿਆ ਨਹੀਂ ਜਾ ਸਕਦਾ, ਭੁਲੇਖਾ ਨਹੀਂ ਪਾਇਆ ਜਾ ਸਕਦਾ। ਹੁਣ ਇਹ ਗੁਣ ਤੁਸੀਂ ਅਗਰ ਗੁਰੂ ਮਹਾਰਾਜ 'ਚ ਵੇਖ ਲਓ, ਸਿੱਖ ਹਿਸਟਰੀ 'ਚ ਵੇਖ ਲਓ, ਅਗਲਿਆਂ ਦੇ ਸਾਹਮਣੇ ਅਗਲੇ ਨੇ ਅੰਬਾਰ ਲਾ ਦਿੱਤੇ ਛਲਾਵੇ ਲਈ, ਛਲੇ ਨਹੀਂ ਗਏ। ਬਾਬਾ ਫਤਿਹ ਸਿੰਘ ਨੂੰ, ਜੋਰਾਵਰ ਸਿੰਘ ਜੀ ਨੂੰ ਕੀ ਆਖਿਆ ਗਿਆ ਸੀ? ਮੰਨ ਲਓ, ਦੀਨ ਕਬੂਲ ਕਰ ਲਓ, ਤੁਹਾਡੀ ਆਸ ਤੋਂ ਵੱਧ ਤੁਹਾਨੂੰ ਸੁੱਖ ਸਹੂਲਤਾਂ ਮਿਲ ਜਾਣੀਆਂ ਨੇ। ਸੋਹਣੀਆਂ ਸੋਹਣੀਆਂ ਬੱਚੀਆਂ ਨਾਲ ਤੁਹਾਡੇ ਨਿਕਾਹ ਕੀਤੇ ਜਾਣਗੇ। ਸਾਡਾ ਰਾਜ ਭਾਗ ਹੈ, ਤੁਹਾਨੂੰ ਤਖਤਾਂ ਦੇ ਵਾਰਸ ਬਣਾ ਦੇਵਾਂਗੇ ਅਸੀਂ। ਛਲਾਵਾ ਸੀ ਉਹਨਾਂ ਦਾ, ਛਲੇ ਨਹੀਂ ਗਏ ਉਹ 7 ਤੇ 9 ਸਾਲ ਦੇ। ਰੱਬੀ ਗੁਣ ਹੈ ਬੰਦੇ ਦੇ ਅੰਦਰ, ਜੇ ਉਹਨੂੰ ਬੰਦਾ ਇੰਪਲੀਮੈਂਟ ਕਰ ਜਾਏ ਤਾਂ। ਅਛਲ ਅਛੇਦ, ਅਛੇਦ ਕਹਿੰਦੇ ਨੇ ਜਿਹਦੇ ਵਿੱਚ ਕੋਈ ਖਾਮੀ ਨਾ ਹੋਵੇ, ਛੇਦ ਨਾ ਹੋਵੇ, ਕਮੀ ਨਾ ਹੋਵੇ। ਅਛਲ ਅਛੇਦ ਅਭੇਦ, ਜਿਹਦਾ ਭੇਦ ਨਾ ਪਾਇਆ ਜਾ ਸਕੇ। ਐਡਾ ਡੀਪ ਹੋਵੇ, ਐਡਾ ਅੰਦਰ ਡੂੰਘਾ ਹੋਵੇ, ਗਹਿਰ ਗੰਭੀਰਾ, ਗੁਣੀ ਗਹੀਰਾ, ਗਹਿਰ ਤੇ ਗੰਭੀਰ ਹੋਵੇ। ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ। ਮਹਾਰਾਜ ਕਹਿੰਦੇ ਮੈਨੂੰ ਏਦਾਂ ਦਾ ਭਗਵਾਨ ਦਿਖਿਆ ਫਿਰ ਆਪਣੇ ਆਪੇ ਦੇ ਵਿੱਚੋਂ। ਸੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਪਤਿਤ ਹੋਣਾ ਸੁਭਾਵਿਕ ਜੀ ਗੱਲ ਹੈ, ਪਰ ਪਤਿਤ ਉਦਾਹਰਨ ਇਹ ਰੱਬੀ ਗੁਣ ਹੈ। ਪਤਿਤ ਉਦਾਹਰਨ ਭੈ ਹਰਨ। ਭੈ ਕਹਿੰਦੇ ਨੇ ਡਰ ਨੂੰ, ਡਰਾਂ ਨੂੰ। ਕਿੰਨੇ ਤਰੀਕੇ ਦੇ ਡਰ, ਖੌਫ ਹੁੰਦੇ ਨੇ ਬੰਦੇ ਦੇ ਅੰਦਰ, ਸਹਿਮ ਬਣੇ ਹੁੰਦੇ ਨੇ ਨਿੱਕੇ ਨਿੱਕੇ ਕਾਰਨਾਂ ਕਰਕੇ। ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਡਰ ਅੰਦਰ ਬੈਠਾ ਹੋਇਆ ਬੰਦੇ ਦੇ। ਅੱਜ 4 ਛਿਲਣਾ ਬੰਦੇ ਦੇ ਕੋਲ ਵੀ ਨੇ ਨਾ, ਉਹਨੂੰ ਇਸ ਗੱਲ ਦਾ ਵੀ ਡਰ ਲੱਗਾ ਹੁੰਦਾ ਹੈ ਕਿ ਨਿਕਲ ਨਾ ਜਾਣ ਹੱਥੋਂ ਕਿਤੇ। ਉਹ ਡਰ ਵੀ ਉਹਨੂੰ ਜੋਤਸ਼ੀਆਂ ਕੋਲ ਲੈ ਜਾਂਦਾ ਹੈ। ਕਿੱਡਾ ਵੱਡਾ ਬੰਦੇ ਦਾ ਇਹ ਡਰ ਉਹਨੂੰ ਭਰਮਾਂ ਦੀ ਖੱਡ 'ਚ ਪਾਉਂਦਾ ਹੈ। ਬੱਚਿਆਂ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਵਿਆਹਾਂ ਤੱਕ, ਮਰਨੇ ਪਰਨੇ ਤੇ ਸਵਰਗਾਂ ਦੇ ਵਿੱਚ ਪਹੁੰਚਾਉਣ ਤੱਕ ਬੰਦਾ ਡਰਦਿਆਂ ਹੀ ਭਰਮਾਂ ਦੀ ਮਦਦ ਲੈ ਰਿਹਾ ਹੁੰਦਾ। ਔਰ ਮਹਾਰਾਜ ਨੇ ਇਹਦੇ ਵਿੱਚੋਂ ਤੇ ਕੱਢਿਆ। ਸੋ ਸਤਿਗੁਰੂ ਵਾਹ ਵਾਹ ਜਿਨ ਭਰਮ ਗੜ ਤੋੜਿਆ। ਭਰਮ ਦਾ ਗੜ ਕਿਲਾ ਬਣਿਆ ਹੋਇਆ ਬੰਦੇ ਦੇ ਅੰਦਰ। ਆ ਤੁਸੀਂ ਇੰਡੀਆ 'ਚ ਵੇਖੀਏ, ਬਿੱਲੀ ਅੱਗਿਓਂ ਲੰਘ ਜਾਏ ਤੇ ਹਾਲ ਕੀ ਹੁੰਦਾ ਫਿਰ। ਇਹ ਨਹੀਂ ਪਤਾ ਕਿ ਕਿਸ ਥਾਂ ਤੋਂ ਗੱਲ ਸ਼ੁਰੂ ਹੋਈ। ਜਿੱਥੇ ਤੇ ਬਿੱਲੀ ਨੂੰ ਦੇਵੀ ਮੰਨਿਆ ਜਾਂਦਾ ਸੀ, ਉੱਥੇ ਕਾਨੂੰਨ ਸੀ ਅਗਲਿਆਂ ਵੱਲੋਂ ਕਿ ਅਗਰ ਇਹ ਕਿਸੇ ਦੀ ਗੱਡੀ ਥੱਲੇ ਆ ਗਈ ਤੇ ਤੁਹਾਨੂੰ ਹਰਜਾਨਾ ਕਿੱਡਾ ਵੱਡਾ ਭਰਨਾ ਪੈ ਸਕਦਾ, ਗੱਡੀ ਵੇਚ ਕੇ ਵੀ ਪੂਰੀ ਨਹੀਂ ਪੈਣੀ। ਇਸ ਕਰਕੇ ਅਗਲੇ ਰੋਕ ਲੈਂਦੇ ਸਨ ਕਿ ਜ਼ਰੂਰ ਅਸੀਂ ਏਡੇ ਵੱਡੇ ਮਸਲੇ 'ਚ ਪੈਣਾ। ਉੱਥੇ ਤੇ ਕਾਨੂੰਨ ਸੀ ਨਾ, ਬਾਕੀ ਥਾਂ ਕਾਨੂੰਨ ਥੋੜਾ। ਇਹ ਮਿਸਰ ਇਲਾਕੇ ਦੀਆਂ ਗੱਲਾਂ ਨੇ, ਉੱਥੇ ਕਾਨੂੰਨ ਸੀ ਕਿਉਂਕਿ ਅਗਲੇ ਦੇਵੀ ਮੰਨਦੇ ਸਨ ਉਹਨੂੰ। ਪਰ ਹੁਣ ਤੇ ਹਰ ਗਲੀ ਦੇ ਵਿੱਚੋਂ ਪੰਜਾਬ ਦੇ ਵਿੱਚ ਤੁਸੀਂ ਵੇਖੋ, ਬਿੱਲੀ ਲੰਘ ਜਾਏ ਅਸੀਂ ਉੱਦੇ ਖਲੋ ਜਾਂਦੇ ਹਾਂ। ਹੁਣ ਉੱਥੇ ਕੋਈ ਕਾਨੂੰਨ ਥੋੜਾ ਹੈਗਾ, ਉੱਥੇ ਜਾਨਵਰ, ਉਹਨੂੰ ਕੀ ਪਤਾ। ਅਗਲਾ ਉਹ ਜਾਨਵਰ ਤਾਂ ਲੰਘਿਆ, ਉਹ ਕਹੇਗਾ ਮੈਂ ਇਹਦੇ ਨਾਲੋਂ ਵੀ ਕਿਤੇ ਸ੍ਰੇਸ਼ਟ ਹਾਂ, ਮੈਂ ਲੰਘਦਾ ਤੇ ਇਹ ਖੜ ਜਾਂਦਾ।
घर चंगा पड़ा, कर्जे चुक चुक के घर बनाया, बाहर काले ज रंग दा मटका ते उहदे जबान कड्ढी हुई वो लाती, क्यों घर नूं मेरे महल नूं कोई नज़र ना लग जाए। ਇਹਦਾ ਮਤਲਬ तेरी किरत कमाई मेहनत ते ਲੱਖਾਂ ਕਰੋੜਾਂ ਲਾਇਆ ਇੱਕ ਪਾਸੇ ਤੇ ਕਾਲਾ ਜੇ ਮਟਕੇ ਦੀ ਜੀਭ ਇੱਕ ਪਾਸੇ, ਇਹ ਬਚਾ ਸਕਦੀ ਹੈ। तेरी किरत कमाई मेहनत नहीं कोई बचा सकती। डर है ना एक बंदे दे अंदर, गड्डी खरीदी थले छित्र टुटा जा टंगी फिरेगा, ये सहम ने बंदे दे अंदर, डर ने। महाराज कहते कर्मी सहज ना उपजै विण सहजै सहसा ना जाए। सहसा कहते ने अंदर दा सहस डर, ये जाता नहीं जो तक बंदे अंदर टिका ना आवे, सहज ना आवे। भै हरन अकाल पुरख का गुण है, वो बंदे दे भै खत्म कर दिंदा, डर खत्म कर दिंदा है। जदों असी निरभौ दा गुण जिउण लग पवांगे, वो गुण यूज़ करन लग पांगे। जिन निरभौ जिन हर निरभौ ध्याया जी, चेते कीते कि वो तो मेरे अंदर ही है। तिनका भौ सब गवासी, डर खत्म हो गए, हुण डरदा ही नहीं किसी गल्लों, बेखौफ हो गया हूँ। भै हरन, हर अनाथ के नाथ, ਜਿਹੜੇ ਅਨਾਥ ਨੇ ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਉਹਨਾਂ ਦਾ ਵੀ ਪੁੱਛਣਹਾਰ ਬਣ ਜਾਂਦਾ। ਨਾਥ ਕਹਿੰਦੇ ਨੇ ਮਾਲਕ ਨੂੰ। ਇਹ ਪੁਰਾਤਨ ਸ਼ਬਦ ਹੈ। ਨਾਥ ਸ਼ਬਦ ਆਇਆ ਜਦੋਂ ਪਸ਼ੂਆਂ ਨੂੰ ਕੋਈ ਕੰਟਰੋਲ 'ਚ ਕਰਦਾ ਸੀ ਨਾ, ਤੇ ਉਹਨਾਂ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਇੱਕ ਕਿੱਲੇ ਨਾਲ ਬੰਨ੍ਹ ਦੇਣਾ। ਆਪਾਂ ਕਹਿੰਦੇ ਫਲਾਣੇ ਪਸ਼ੂ ਨੂੰ ਨਕੇਲ ਪਾ ਦਿੱਤੀ, ਨੱਥ ਦਿੱਤਾ। ਨੱਥਣ ਵਾਲੇ ਨੂੰ ਨਾਥ ਕਹਿੰਦੇ ਨੇ, ਮਾਲਕ। ਮਹਾਰਾਜ ਨੇ ਇਸੇ ਕਰਕੇ ਆਖਿਆ, ਕਹਿੰਦੇ ਆਪ ਨਾਥ ਨਾਥੀ ਸਭ ਜਾਕੀ। ਉਹ ਆਪ ਨਾਥ ਨੇ, ਸਾਰਿਆਂ ਨੂੰ ਨਕੇਲ ਪਾਈ ਹੋਈ ਹੈ ਹੁਕਮ ਦੀ, ਕੋਈ ਨਹੀਂ ਭੱਜ ਸਕਦਾ ਉਹਦੇ ਹੁਕਮ ਦੇ ਕਿੱਲੇ ਤੋਂ ਬਾਹਰ। ਨਾਥ ਹੈ, ਮਾਲਕ ਹੈ ਸਾਰਿਆਂ ਦਾ। ਹਰ ਅਨਾਥ ਕੇ ਨਾਥ, ਜਿਹੜੇ ਅਨਾਥ ਹੋਏ ਪਏ ਨੇ ਬਿਨਾਂ ਮਾਲਕਾਂ ਤੋਂ ਹੀ ਤੁਰੇ ਫਿਰਦੇ ਨੇ, ਉਹਨਾਂ ਦਾ ਮਾਲਕ ਬਣਨ ਲਈ ਖੜ ਜਾਂਦਾ ਕੋਲ। ਪਰ ਅਗਲਾ ਇਹ ਮੰਨੇ ਕਿ ਮੈਂ ਅਨਾਥ ਹਾਂ ਤਾਂ ਉਹ ਮਾਲਕ ਹੈ, ਅਗਲਾ ਇਹ ਮੰਨੇ ਕਿ ਮੈਂ ਪਤਿਤ ਹਾਂ ਤਾਂ ਉਹ ਪਾਵਨ ਹੈ, ਅਗਲਾ ਮੰਨੇ ਕਿ ਮੈਂ ਡਰਦਾ ਤਾਂ ਉਹ ਨਿਰਭਉ ਦਾ ਗੁਣ ਦੇਗਾ। ਜੇ ਕੋਈ ਮੰਨੇ ਨਾ, ਕੋਈ ਹੱਲ ਨਹੀਂ ਹੁੰਦਾ ਉਹਦਾ। ਕਬੂਲ ਕਰਨਾ ਪਏਗਾ, ਅੰਤਰ ਆਤਮੇ ਦੇ ਵਿੱਚੋਂ ਕਬੂਲ ਕਰਨਾ ਪਏਗਾ। ਤੇ ਅਖੀਰ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਤਹਿ ਜਾਨੀਐ ਸਦਾ ਬਸਤ ਤੁਮ ਸਾਥ। ਇਹ ਗੱਲ ਕਬੂਲ ਕਰੋ, ਤੇਰੇ ਸਾਥ ਹੈ, ਤੇਰੇ ਨੇੜੇ ਹੈ। ਆਪਣੇ ਆਪੇ ਦਾ ਵਜੂਦ ਮੰਨ ਲੈ ਕਿ ਤੂੰ ਉਹਦੇ ਵਿੱਚੋਂ ਹੀ ਨਿਕਲਿਆ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਟਕ ਜਿਵੇਂ ਸੋਨਾ, ਕਨਕ ਕਟਕ ਜਲ ਤਰੰਗ ਜੈਸਾ। ਪਾਣੀ ਤੇ ਲਹਿਰ 'ਚ ਕੋਈ ਅੰਤਰ ਨਹੀਂ ਹੈਗਾ। ਪਾਣੀ ਤੋਂ ਬਗੈਰ ਲਹਿਰ ਹੋਂਦ ਆ ਹੀ ਨਹੀਂ ਸਕਦੀ। ਸੋਨੇ ਤੋਂ ਬਗੈਰ ਸੋਨੇ ਦਾ ਗਹਿਣਾ ਹੋਂਦ 'ਚ ਆ ਹੀ ਨਹੀਂ ਸੀ ਸਕਦਾ। ਸੋ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਮੁਬਾਰਕ ਸਲੋਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।